मैं तो इसीलिए बोला भाई सारे सवाल एक साथ पूछ लो, मैं एक साथ जवाब दे दूँ, इसीलिए बोला था, है ना। तो बार बार उसी बात को जवाब देना मत पड़े करके। सभी लोग एक जगह उपस्थित नहीं हो सकते, बहुत सारी व्यस्तताएं रहती हैं, बहुत सारे कार्यक्रम रहते हैं, किसी पार्लियामेंट में रहता है, किसी कमेटी में रहता है, किसी और कार्यक्रम लगा रहता है। आपके बहुत सारे लीडर इस मीटिंग में नहीं आए, जैसे चरणजीत चन्नी की कर्मभूमि है जिला मोहाली, वो नहीं आए, आपके लीडर ऑफ अपोजिशन नहीं आए और दूसरे लोग नहीं आए। क्या अभी तक ये रिफ्ट खत्म नहीं हुई, लड़ाई खत्म नहीं हुई? मैं तो इसीलिए बोला भाई सारे सवाल एक साथ पूछ लो, मैं एक साथ जवाब दे दूँ, इसीलिए बोला था, है ना। तो बार बार उसी बात को जवाब देना मत पड़े करके। क्लियर नहीं ना कहा कि क्यों नहीं आया, क्या रीजन है? देखो भाई ऐसा है, पार्टी एकजुट है ये बता दीजिए। पूरा एकजुट है भाई, बंदे कहाँ फिर जो एकजुट वाले? बड़ा गजब है। इसीलिए मैं पूछा था सब लोग एक साथ पूछ लो। चन्नी तो यहाँ के जंपल है, वो क्यों नहीं पहुंचे? सुनोगे भाई, सुनोगे भाई, देखिए सदन में भी नहीं होते इसलिए पूछा। फिर पूछ ही लो पूरा, मैं सुन रहा हूँ, बताइए ना आप। मुझे बोलने भी नहीं दे रहा है। तो बात ये है कि जिला स्तर का है और जिला में जिले के सब नेता उपस्थित भी हैं। दूसरी बात, जहाँ चन्नी साहब की बात आपने कही, चन्नी साहब ने खुद केसी वेणुगोपाल से मिल के निकले और उन्होंने बयान दिया था ऑल इज वेल। उसका बयान आने के बाद और तो प्रश्न उठता नहीं। दूसरी बात, यहाँ आने नहीं आने की बात है, सभी लोग एक जगह उपस्थित नहीं हो सकते, बहुत सारी व्यस्तताएं रहती हैं, बहुत सारे कार्यक्रम रहते हैं, किसी पार्लियामेंट में रहता है, किसी कमेटी में रहता है, किसी और कार्यक्रम लगा रहता है। लेकिन आएंगे धीरे धीरे सब लोग एक साथ, सारे लोग एक साथ तो इकट्ठे कभी नहीं हो सकते, है ना। अभी हमने जैसे पिछले समय निकाला था मनरेगा महासंग्राम का, लेकिन सब नेता धीरे धीरे करके तो आ गए, सब लोग उपस्थित थे। तो अब उसमें हर नेता हर जगह उपस्थित रहे तो संभव नहीं है, ठीक है ना। जैसे अब मान लो कहोगे दो राष्ट्रीय सचिव कहाँ हैं, एक ही राष्ट्रीय सचिव बैठी है, तो ये कोई सवाल नहीं है, सभी लोग आएंगे। ਵੜਿੰਗ ਸਾਹਿਬ ਤੁਸੀਂ ਸਵੇਰੇ ਕਿਹਾ ਸੀ ਕਿ 40 ਤੋਂ 45 ਜਿਹੜੇ ਐਮਐਲਏ ਨੇ ਉਹ ਆਪ ਤੋਂ ਬਾਹਰ ਜਾਂਦੇ ਨਜ਼ਰ ਆ ਰਹੇ ਆ। ਤਲਤੇਜ ਪੰਨੂ ਨੇ ਕਿਹਾ ਕਹਿੰਦੇ ਇਸ ਤੋਂ ਪਹਿਲਾਂ ਪ੍ਰਤਾਪ ਬਾਜਵਾ ਕਹਿੰਦੇ 30 ਤੇ ਹੁਣ ਵੜਿੰਗ ਸਾਹਿਬ ਕਹਿ ਰਹੇ ਨੇ 40 ਜੇ 70 ਕਾਂਗਰਸ ਦੇ ਕੋਲ ਹੈਗਾ ਤਾਂ ਸਰਕਾਰ ਹੀ। ਦੇਖੋ ਪੰਨੂ ਸਾਹਿਬ ਕੀ ਕਹਿ ਰਹੇ ਆ, ਮੈਂ ਉਹਦੇ ਗੱਲ ਦਾ ਜਵਾਬ ਨਹੀਂ ਦਿੰਦਾ। ਅਸਲੀਅਤ ਇਹ ਹੈਗੀ ਹੈ ਕਿ ਉਦਾਹਰਨ ਦੇ ਤੌਰ ਤੇ ਦੱਸਦਾ ਤੁਹਾਨੂੰ ਕਿ ਜਿਹੜਾ ਸਮਾਣਾ ਹੈ ਉੱਥੇ ਉਹਨਾਂ ਨੇ ਜਿਹੜਾ ਅਕਾਲੀ ਦਲ ਦੇ ਆਗੂ ਸਨ ਉਹਨਾਂ ਨੂੰ ਜੁਆਇਨ ਕਰਾ ਲਿਆ, ਕੀ ਨਾਮ ਆ ਉਹਨਾਂ ਦਾ, ਰਖੜਾ ਸਾਹਿਬ। ਹੁਣ ਉੱਥੇ ਦੋ ਬੰਦਿਆਂ ਨੇ ਦਫ਼ਤਰ ਖੋਲਿਆ, ਇੱਕ ਤਾਂ ਪਹਿਲਾਂ ਚੇਤਨ ਜੋੜੇ ਮਾਜਰਾ ਹੈ ਔਰ ਦੂਸਰੇ ਉੱਥੇ ਜਾ ਕੇ ਹਰਚੰਦ ਸਿੰਘ ਬਰਸੜ ਮੰਡੀ ਬੋਰਡ ਦੇ ਚੇਅਰਮੈਨ ਨੇ ਆਪਣਾ ਦਫ਼ਤਰ ਖੋਲਿਆ ਹੋਇਆ। ਜ਼ਰਾ ਪੁੱਛ ਲਓ ਤੁਸੀਂ ਆਪਦੇ ਮੀਡੀਆ ਸਾਥੀਆਂ ਨੂੰ, ਦੋਨੋਂ ਉੱਥੇ ਕੰਮ ਕਰ ਰਹੇ ਆ। ਹੁਣ ਦੋਨੋਂ ਨੇ ਇਸ ਵਾਰੀ ਕੱਲ ਪਰਸੋਂ ਪ੍ਰਧਾਨ ਬਣਾਇਆ, ਉਹਨਾਂ ਨੇ ਅਲੱਗ ਬਣਾਇਆ। ਰਖੜਾ ਸਾਹਿਬ ਰਖੜੇ ਦੇ ਮੁਤਾਬਕ ਜਿਹੜੀਆਂ ਟਿਕਟਾਂ ਦੇ ਦਿੱਤੀਆਂ ਗਈਆਂ ਮਿਊਨਿਸਪਲ ਕਮੇਟੀ ਦੀਆਂ। ਹੁਣ ਜਿਹੜਾ ਉਹ ਇੱਕ ਐਮਐਲਏ ਚੇਤਨ ਜੋੜੇ ਮਾਜਰਾ ਨੰਬਰ 1 ਮੈਂ ਗਿਣਾਉਣਾ ਸ਼ੁਰੂ ਕਰਾਂਗਾ ਬਲਤੇਜ ਪੰਨੂ ਨੂੰ, ਔਰ ਮੀਟਿੰਗ 'ਚ ਜਾ ਕਾਫੀ ਇੱਕ ਦੂਜਾ ਜੋੜੇ ਮਾਜਰਾ ਉਹ ਵੀ ਤਿਆਰ ਬੈਠਾ ਜਿਹਦੇ ਤੇ ਤੁਸੀਂ ਪਰਚਾ ਦਿੱਤਾ ਹੈ। ਤੀਜਾ ਬਠਿੰਡਾ ਰੂਰਲ ਜਿਹਨੂੰ ਤੁਸੀਂ, ਚੌਥਾ ਮਾਨਸਾ, ਪੰਜਵਾਂ ਮੈਂ ਕਿਸੇ ਦਾ ਨਾਂ ਹੁਣ ਲਊਂਗਾ ਤੇ ਫਿਰ ਰੌਲਾ, ਕਿਉਂਕਿ ਹਜੇ ਉਹਨਾਂ ਨੇ 6-7 ਮਹੀਨੇ ਕਿਉਂ ਆਪਣਾ ਕੰਮ ਚਲਾਉਣਾ ਹੈ। ਇਸ ਤਰ੍ਹਾਂ ਦੇ ਇੰਨੇ ਐਮਐਲਏ ਸਾਹਿਬਾਨ ਨੇ ਜਿਨ੍ਹਾਂ ਨੇ, ਮੈਂ ਨਹੀਂ ਕਿਹਾ ਮੇਰੇ ਟੱਚ 'ਚ ਨਹੀਂ, ਕਾਈਂਡਲੀ ਅੰਡਰਸਟੈਂਡ ਦਿਸ, ਮੈਂ ਨਹੀਂ ਕਿਹਾ ਮੇਰੇ ਟੱਚ 'ਚ, ਹਾਲਾਤ ਐਸੇ ਨੇ 40 ਤੋਂ 50 ਐਮਐਲਏ ਪਾਰਟੀ ਇਹਨਾਂ ਦੀ ਛੱਡਣ ਲਈ ਤਿਆਰ ਨੇ। ਜਿਹੜਾ ਭਰੋਸਗੀ ਮਤਾ ਲੈ ਕੇ ਆਏ ਸੀ, ਜਦੋਂ ਪਹਿਲਾਂ ਭਰੋਸਗੀ ਮਤਾ ਇਹਨਾਂ ਨੇ ਨਹੀਂ ਜੀ ਭਰੋਸਗੀ ਮਤਾ ਲੈ ਕੇ ਆਏ ਸੀ, ਪਹਿਲਾਂ ਇਹਨਾਂ ਨੇ ਕੈਂਸਲ ਕਰਤਾ, ਫਿਰ ਅੱਧੇ ਘੰਟੇ ਦੇ ਵਿੱਚ ਜਦੋਂ ਸਾਰੇ ਲੋਕ ਹਾਜ਼ਰ ਹੋ ਗਏ ਤੇ ਫਿਰ ਇਮੀਡੀਏਟਲੀ ਉਹ ਸਰਕੂਲਰ ਕੱਢਤਾ। ਉਹਦਾ ਮਤਲਬ ਕੀ ਸੀਗਾ? ਉਹਦਾ ਮਤਲਬ ਇਹ ਹੀ ਸੀਗਾ ਕਿ ਬਹੁਤ ਸਾਰੇ ਬੰਦੇ ਕਿਤੇ ਛੱਡ ਕੇ ਨਾ ਚਲੇ ਜਾਣ। ਤੁਸੀਂ ਇਹੀ ਜਲੰਧਰ ਵਾਲੇ ਐਮਐਲਏ ਦਾ ਹਾਲਾਤ ਹੈ ਜਿਹੜਾ ਜੇਲ੍ਹ ਜਾ ਕੇ ਆਇਆ ਹੋਵੇ, ਗਿਣ ਲੈਣ। ਫਿਰ ਅਗਰ ਮੈਂ ਗਿਣਾਉਣ ਤੇ ਆਵਾਂਗਾ ਤਾਂ ਫਿਰ ਇਹ ਗਿਣਤੀ ਵੱਧਦੀ ਚਲੀ ਜਾਏਗੀ। ਹਜੇ ਉਹਨਾਂ ਐਮਐਲਏ ਨੇ ਛੱਡਣਾ ਹੈ ਔਰ ਇਹਨਾਂ ਨੂੰ ਪਤਾ ਹੈ, ਤੇ ਜਿੱਥੋਂ ਪੰਨੂ ਸਾਹਿਬ ਨੇ ਟਿਕਟ ਲੈਣੀ ਹੈ ਐਮਐਲਏ ਦੀ, ਉਹ ਐਮਐਲਏ ਨੇ ਵੀ ਆਉਣਾ ਹੈ। ਸੋ ਕਹਿਣ ਦਾ ਮਤਲਬ ਇਹ ਆ, ਮੈਂ ਨਹੀਂ ਕਿਹਾ ਮੇਰੇ ਨਾਲ ਟੱਚ 'ਚ ਨਹੀਂ, ਮੈਂ ਇਹ ਕਿਹਾ ਕਿ ਆਮ ਆਦਮੀ ਪਾਰਟੀ ਦੇ 6 ਰਾਜ ਸਭਾ ਮੈਂਬਰ ਛੱਡ ਚੁੱਕੇ ਨੇ, ਸਾਡਾ ਇੱਕ ਬੰਦਾ ਨਹੀਂ ਗਿਆ, ਤੇ 40 ਤੋਂ 50 ਐਮਐਲਏ
ਪਾਰਟੀ ਛੱਡਣਗੇ। अब कह रहे हैं कि इशू ਨੂੰ ਡਾਇਵਰਟ ਕੀਤਾ ਜਾ ਰਿਹਾ, ਕਾਂਗਰਸ ਦਾ ਕਲੇਸ਼ ਜਿਸ ਤਰੀਕੇ ਨਾਲ ਚੱਲ ਰਿਹਾ, ਆਮ ਆਦਮੀ ਪਾਰਟੀ ਦਾ ਸਹਾਰਾ ਰਾਜਾ ਵੜਿੰਗ ਦੇ ਰਹੇ ਨੇ। ਮੈਂ ਤੁਹਾਨੂੰ ਕਹਿ ਰਿਹਾ ਬ੍ਰਦਰ, 6 ਐਮਪੀਆਂ ਛੱਡਿਆ ਕਿ ਨਹੀਂ ਛੱਡਿਆ? ਸਾਡੇ ਕਾਟੋ ਕਲੇਸ਼ ਫੁੱਲ ਵਿਖਾਇਆ ਆਮ ਆਦਮੀ ਪਾਰਟੀ ਨੇ, ਹਰ ਥਾਂ ਤੇ ਬੋਲੇ, ਲੇਕਿਨ ਇੱਕ ਐਮਐਲਏ ਛੱਡ ਕੇ ਗਿਆ, ਇੱਕ ਕੰਟੈਸਟਡ ਕੈਂਡੀਡੇਟ ਛੱਡ ਕੇ ਗਿਆ, ਇੱਕ ਸਾਡਾ ਜ਼ਿਲ੍ਹਾ ਪ੍ਰਧਾਨ ਛੱਡ ਕੇ ਗਿਆ, 6 ਰਾਜ ਸਭਾ ਛੱਡ ਕੇ। ਇਸ ਤੇ ਬਲਤੇਜ ਪੰਨੂ ਤੇ ਭਗਵੰਤ ਮਾਨ ਕਿਉਂ ਨਹੀਂ ਕੁਝ ਕਹਿ ਰਹੇ? ਕਿਉਂਕਿ ਅੰਦਰ ਲੜਾਈ ਹੈ, 100% ਲੜਾਈ ਹੈ। ਡਰਾਇਆ ਵੀ ਹੈ ਉਹਨਾਂ ਨੂੰ ਕਿ ਅਗਰ ਕੋਈ ਉੱਚੀ ਆਵਾਜ਼ 'ਚ ਬੋਲੇਗਾ ਤਾਂ ਦੇਖ ਲਓ ਉਹਦੇ ਨਾਲ ਕੀ ਹੋਏਗਾ। ਫਿਰ ਉਹੀ ਹੋਏਗਾ ਜੋ ਜੋੜੇ ਮਾਜਰਾ ਹੋਵੇ। ਵੜਿੰਗ ਸਾਹਿਬ 3 ਅਗਸਤ ਤੋਂ ਸੈਸ਼ਨ ਸ਼ੁਰੂ ਹੈ ਵਿਧਾਨ ਸਭਾ ਦਾ, ਕੀ ਕਾਂਗਰਸ ਦੇ ਜੋ ਐਮਐਲਏਜ਼ ਨੇ ਸੈਸ਼ਨ ਦੇ ਵਿੱਚ ਜਾਣਗੇ? ਕਿਉਂਕਿ ਲਗਾਤਾਰ ਜੋ ਹੈ ਇਹ ਕਿਹਾ ਜਾ ਰਿਹਾ ਹੈ ਕਿ ਗੜਗੜ ਸਾਹਿਬ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਤੁਸੀਂ ਜਾ ਸਕਦੇ ਹੋ ਲੇਕਿਨ ਉਹਨਾਂ ਨੂੰ ਸੰਬੋਧਿਤ ਨਹੀਂ ਕਰ ਸਕਦੇ, ਨਾ ਤੁਸੀਂ ਉਹਨਾਂ ਦੇ ਨਾਲ ਕੋਈ ਗੱਲਬਾਤ ਕਰ ਸਕਦੇ ਹੋ ਸੈਸ਼ਨ ਦੇ ਅੰਦਰ। ਦੇਖੋ ਮੇਰਾ ਖਿਆਲ ਬਾਜਵਾ ਸਾਹਿਬ ਦੀ ਬਗੇਲ ਸਾਹਿਬ ਨਾਲ ਵੀ ਗੱਲ ਹੋਈ ਸੀ ਔਰ ਮੈਂ ਵੀ ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਇਹ ਜਿਹੜਾ ਫੈਸਲਾ ਹੈ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਫੈਸਲਾ ਲੈਣਾ ਹੈ। तमाम ਸਮੂਹ ਸਾਡੇ ਐਮਐਲਏ ਸਾਥੀਆਂ ਨਾਲ ਗੱਲ ਕਰਨ ਤੋਂ ਬਾਅਦ ਅਸੀਂ तमाम ਚਰਚਾ ਕਰਾਂਗੇ। ਇਸ ਚਰਚਾ ਤੋਂ ਬਾਅਦ ਸੀਐਲਪੀ ਲੀਡਰ ਇਹਦੇ ਤੇ ਨਿਰਣੇ ਲੈਣਗੇ ਕਿਉਂਕਿ ਉਹਨਾਂ ਦਾ ਅਧਿਕਾਰ ਖੇਤਰ ਹੈ, ਪਰ ਅਸੀਂ ਸਾਰੇ ਚਰਚਾ ਕਰਕੇ ਸਲਾਹ ਮਸ਼ਵਰੇ ਦੇ ਨਾਲ ਫੈਸਲਾ ਲਵਾਂਗੇ। ਵੜਿੰਗ ਸਾਹਿਬ, ਉਸ ਸਮੇਂ ਜਦੋਂ ਬਿੱਲ ਪਾਸ ਹੋਇਆ ਸੀਗਾ ਜਾਗਤ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਜਦੋਂ ਬਣਿਆ ਸੀਗਾ, ਉਸ ਵਕਤ ਕਾਂਗਰਸ ਦੇ ਸਾਰੇ ਉਸ ਵਕਤ ਵਿਧਾਇਕ ਉੱਥੇ ਮੌਜੂਦ ਸੀਗੇ ਔਰ ਯੂਨੈਨਿਮਸਲੀ ਇਹ ਬਿੱਲ ਪਾਸ ਹੋਇਆ ਸੀਗਾ ਸਰਬਸੰਮਤੀ ਦੇ ਨਾਲ। ਉਸ ਵਕਤ ਵੀ ਉਹ ਜਿਹੜੀ ਸਰਬਸੰਮਤੀ ਸੀਗੀ ਉਹ ਹੁਣ ਕਿਤੇ ਟੁੱਟਦੀ ਨਜ਼ਰ ਆ ਸਕਦੀ ਨਹੀਂ ਜੀ, ਉਹ ਸਰਬਸੰਮਤੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ तमाम ਜਿਹੜੇ ਇਹਦੇ ਵਿੱਚ ਸਾਰੇ ਜਿਨ੍ਹਾਂ ਸਾਨੂੰ ਸਾਰੇ ਲੋਕਾਂ ਨੂੰ ਪੁੱਛ ਲੈਣਾ ਚਾਹੀਦਾ ਹੈ, ਜਿਹੜੇ ਧਰਮ ਪ੍ਰਤੀ ਔਰ ਜਿਹੜੇ ਸਿੱਖੀ ਦੇ ਲਈ ਹਮੇਸ਼ਾ ਸਮਰਪਿਤ ਰਹੇ ਨੇ, ਉਹਨਾਂ ਨੂੰ ਪੁੱਛ ਕੇ ਸਾਰਾ ਕੁਝ ਹੋ ਜਾਏ ਤਾਂ ਸਾਡੀ ਸਰਬਸੰਮਤੀ ਹੈ। ਕਿਉਂਕਿ ਗੁਰੂ ਦੇ ਕੰਮ ਵਾਸਤੇ ਕੋਈ ਨਾ ਥੋੜੀ ਕਹੇਗਾ, ਲੇਕਿਨ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸੇ ਗੱਲ ਦਾ ਇਤਰਾਜ਼ ਜਤਾਇਆ ਹੈ, ਬਾਰ-ਬਾਰ ਕਹਿ ਰਹੇ, ਉਹਨਾਂ ਦੀ ਸਹਿਮਤੀ, ਉਹਨਾਂ ਨਾਲ ਗੱਲਬਾਤ ਕਰ ਲੈਣ। ਉਹਨਾਂ ਨੂੰ ਉੱਥੇ ਵੀ ਸਾਡੇ ਲੋਕਾਂ ਨੇ ਆਪਦਾ ਪੱਖ ਹੀ ਰੱਖਿਆ ਕਿ ਅਸੀਂ ਇਹ ਗੱਲ ਕਹੀ ਸੀ। ਸੋ ਬਾਕੀ ਗੁਰੂ ਦੇ ਲਈ ਤਾਂ ਹਰ ਬੰਦਾ ਤਿਆਰ ਹੈ। ਸਫਾਈ ਸੇਵਕ ਮੁੱਦੇ ਦੱਸ ਦਿਓ ਸਰ, ਕਿਵੇਂ ਆਪਾਂ ਨਜਿੱਠ ਰਹੇ ਹਾਂ, ਕੀ ਸਰਕਾਰ ਅਸੀਂ ਸਫਾਈ ਸੇਵਕ ਮੁੱਦੇ ਤੇ ਮੈਂ ਡਾਕਟਰ ਅਮਰ ਸਿੰਘ, ਡਾਕਟਰ ਗਾਂਧੀ ਔਰ ਔਜਲਾ ਸਾਹਿਬ ਅਸੀਂ ਚੇਅਰਮੈਨ ਨੂੰ ਮਿਲ ਕੇ ਆਏ ਹਾਂ। ਮੈਨੂੰ ਪਤਾ ਲੱਗਿਆ ਕਿ ਡੀਜੀਪੀ ਨੂੰ, ਪੰਜਾਬ ਦੇ ਡੀਜੀਪੀ ਨੂੰ ਇਸ ਗੱਲ ਦਾ ਨੋਟਿਸ ਹੋਇਆ ਔਰ ਅਸੀਂ ਹੁਣ ਸਫਾਈ ਕਰਮਚਾਰੀ ਨਹੀਂ ਕਹਿੰਦੇ, ਉਹਨਾਂ ਨੂੰ ਰੱਬ ਦੇ ਬੰਦੇ ਕਹਿੰਦੇ ਔਰ ਅਸੀਂ ਇਹ ਵੀ ਐਲਾਨ ਕੀਤਾ ਹੈ ਕਿ ਪਰਮਾਤਮਾ ਕਰੇ ਸਰਕਾਰ ਬਣੇ, ਇਹਨਾਂ ਸਫਾਈ ਸੇਵਕ ਜਿਹੜੇ ਸਾਡਾ ਗੰਦਗੀ ਚੱਕਦੇ ਨੇ, ਅੱਜ ਵੀ 75 ਸਾਲਾਂ ਬਾਅਦ ਸਰਕਾਰ ਕੋਲੇ ਕੋਈ ਐਸਾ ਸਿਸਟਮ ਨਹੀਂ ਹੈ ਕਿ ਜਿਸ ਨਾਲ ਸਫਾਈ ਹੋ ਸਕੇ। ਮਸ਼ੀਨਾਂ ਆਈਆਂ, ਖਰਾਬ ਹੋਈਆਂ, ਕੋਈ ਨਹੀਂ ਸਰਕਾਰਾਂ ਬਣਾ ਸਕੀਆਂ, ਲੇਕਿਨ ਅਗਰ ਇਹ ਨਾ ਹੋਣ ਤਾਂ ਸਾਡਾ ਜੀਵਨ ਅਧੂਰਾ ਹੈ। ਆਉਣ ਵਾਲੇ ਸਮੇਂ 'ਚ 12,000 ਤਨਖਾਹ ਹੁਣ 20,000 ਪਤਾ ਲੱਗਿਆ ਕੀਤੀ ਹੈ, ਘੱਟੋ ਘੱਟ ਮਿਨੀਮਮ 50,000 ਰੁਪਇਆ ਇਹਨਾਂ ਲੋਕਾਂ ਦੀ ਤਨਖਾਹ ਹੈ ਜਿਹੜੀ ਉਹ ਹੋਣੀ ਚਾਹੀਦੀ है और कांग्रेस पार्टी दे राज समय आने पे जरूर करा। बघेल साहब, आपने कहा है कि इलेक्शन जो है नवंबर दिसंबर में होने वाले, क्या ये श्योर है कि जो अगला इलेक्शन है वो राजा बड़िंग की प्रधानगी में ही लड़ा जाएगा? सर इसको बार-बार सुनने में अच्छा लगता है गुड्डा गुड्डी वाला। देखिए, पहली बात तो ये है कि ये जो चुनाव है, अभी जो परिस्थिति बन रही है उसमें ये चर्चा चल पड़ी है। ये चुनाव फरवरी 2027 की जगह नवंबर 2026 में होगा, इस प्रकार की चर्चा चल पड़ी है। और यदि नवंबर में होता है हमारे पास 3 महीने 12 सप्ताह ही बचते हैं। तो अब ये चर्चा हाईकमान ने पहले ही, मैंने भी कह दिया है, हाईकमान ने भी कह दिया है, अब ये चर्चा क्लोज है ना, राजा बड़िंग ही प्रधान है, ठीक है। अभी चर्चा क्लोज। बन के दोबारा दिखाई दोगे कुछ नहीं, आज स्पेसिफाई बनी है अजी पंजाब में जो दस्तार बन के हमारी गाड़ियां करते दिखाई दोगे? मैं तो धन्यवाद दूंगा, ये 2 बंदे हैं आज मुझे पग मारना है, मैं धन्यवाद देता हूँ, ये तो मेरे लिए बड़े सम्मान की बात है।